ਹੈਲੋ ਡੀਅਰ ਸਟੂਡੈਂਟਸ, ਬਹੁਤ ਹੀ ਪਿਆਰੇ ਬੱਚਿਓ। ਬੇਟਾ ਕੱਲ ਆਪਾਂ ਨੇ ਸ਼ੀਟ 1 ਦੇ ਪਹਿਲੇ 20 ਕੁਐਸਚਨ ਕੀਤੇ ਸੀ। ਅੱਜ ਆਪਾਂ ਉਸ ਨੂੰ ਕੈਰੀ ਔਨ ਕਰਦੇ ਹੋਏ ਆਪਣਾ 21st ਕੁਐਸਚਨ ਆਪਾਂ ਦੇਖਾਂਗੇ NMMS ਦਾ। ਸੋ ਅੱਜ ਦਾ ਪਹਿਲਾ ਕੁਐਸਚਨ ਹੈ ਭਾਵ ਕੁਐਸਚਨ ਨੰਬਰ 21 21 ਬਕਸਰ ਦਾ ਯੁੱਧ ਕਦੋਂ ਹੋਇਆ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਜਿਵੇਂ ਕੱਲ ਅਸੀਂ ਦੇਖਿਆ ਸੀ ਪਲਾਸੀ ਦੀ ਲੜਾਈ ਵਾਲੇ ਕੁਐਸਚਨ ਦੇਖੇ ਸੀ, ਅੱਜ ਆ ਗਿਆ ਬਕਸਰ ਦਾ ਯੁੱਧ ਕਦੋਂ ਹੋਇਆ। ਬੇਟਾ ਹਿਸਟੋਰੀਕਲੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਬਕਸਰ ਦਾ ਯੁੱਧ ਹੋਇਆ ਸੀ ਬੇਟਾ ਜੀ 1764 ਈਸਵੀ ਦੇ ਵਿੱਚ ਇਹ ਯੁੱਧ ਹੋਇਆ ਸੀ। ਇਸ ਯੁੱਧ ਦੇ ਵਿੱਚ ਇੱਕ ਪਾਸੇ ਦਾ ਮੀਰ ਕਾਸਿਮ, ਸੁਜਾਉਦੌਲਾ ਅਤੇ ਸ਼ਾਹ ਆਲਮ ਦੂਜਾ ਜਿਹੜਾ ਮੁਗਲ ਬਾਦਸ਼ਾਹ ਸੀ, ਕਮਜ਼ੋਰ ਜਿਹਾ ਮੁਗਲ ਬਾਦਸ਼ਾਹ ਸੀ, ਉਹਦੀਆਂ ਸੈਨਾਵਾਂ ਸੀ। ਦੂਸਰੇ ਪਾਸੇ ਅੰਗਰੇਜ਼ਾਂ ਦੀਆਂ ਸੈਨਾਵਾਂ ਸੀ। ਇਹਨਾਂ ਤਿੰਨਾਂ ਦੀ ਸੈਨਾਵਾਂ ਇੱਕ ਪਾਸੇ ਸੀ, ਮੁਗਲ ਤੇ ਜਿਹੜੇ ਆਪਣੇ ਅੰਗਰੇਜ਼ ਸੀ ਉਹਨਾਂ ਦੀ ਕੱਲਾਂ ਦੀ ਸੈਨਾਵਾਂ ਇੱਕ ਪਾਸੇ ਸੀ। 1764 ਈਸਵੀ ਨੂੰ ਇਹ 23 ਅਕਤੂਬਰ 1764 ਜੀ ਐਗਜ਼ੈਕਟ ਡੇਟ ਆ ਜੇ 23 ਅਕਤੂਬਰ 1764 ਨੂੰ ਇਹ ਯੁੱਧ ਹੋਇਆ ਸੀ। ਤੇ ਅੰਗਰੇਜ਼ਾਂ ਵਾਲੇ ਪਾਸਿਓਂ ਜਿਹੜਾ ਸੀਗਾ ਇਹਨਾਂ ਦਾ ਮੇਜਰ ਮੁਨਰੋ ਉਹਨਾਂ ਦਾ ਲੀਡਰ ਸੀ ਅੰਗਰੇਜ਼ ਸੈਨਾ ਦਾ। ਸੋ ਇਹ ਯਾਦ ਰੱਖਣਾ ਹੈ। ਬਕਸਰ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਕਿਹੜਾ ਲੀਡਰ ਕੌਣ ਸੀ, ਉਹਨਾਂ ਦਾ ਸੈਨਾਪਤੀ ਕੌਣ ਸੀ, ਮੇਜਰ ਮੁਨਰੋ। 1764 ਈਸਵੀ ਨੂੰ ਇਹ ਯੁੱਧ ਹੋਇਆ ਸੀ। ਨੈਕਸਟ ਆ ਗਿਆ ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਦੋਂ ਹੋਇਆ। ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਦੋਂ ਹੋਇਆ ਬੇਟਾ 1772 ਈਸਵੀ ਦੇ ਵਿੱਚ। ਸੋ ਇਹਦਾ ਰਾਈਟ ਆਨਸਰ ਆ ਗਿਆ 1772। ਸਹਾਇਕ ਸੰਧੀ ਪ੍ਰਣਾਲੀ ਕਿਸ ਅੰਗਰੇਜ਼ ਅਫਸਰ ਦੁਆਰਾ ਚਲਾਈ ਗਈ ਸੀ। ਭਾਵ ਜਿਹੜੀ ਸਹਾਇਕ ਸੰਧੀ ਸੀ ਨੀਤੀ, ਸਹਾਇਕ ਸੰਧੀ ਦੀ ਨੀਤੀ ਸੀ ਜਾਂ ਪ੍ਰਣਾਲੀ ਸੀ, ਉਹ ਕਿਹੜੇ ਅਫਸਰ ਨੇ ਚਲਾਈ ਸੀ ਬੇਟਾ ਜੀ। ਉਹ ਚਲਾਈ ਸੀ ਲਾਰਡ ਵੈਲਜ਼ਲੀ ਨੇ। ਕਿਹਨੇ ਚਲਾਈ ਸੀ ਉਹ, ਲਾਰਡ ਵੈਲਜ਼ਲੀ ਨੇ। ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਸਹਾਇਕ ਸੰਧੀ ਕਿਹਨੇ ਚਲਾਈ, ਲਾਰਡ ਵੈਲਜ਼ਲੀ ਚਲਾਈ ਸੀ। ਇਹਦੇ ਵਿੱਚ ਕੀ ਸੀ, ਇਹਨਾਂ ਨੇ ਜਿਹੜੇ ਵੀ ਇਹ ਸੰਧੀ ਨੂੰ ਅਡਾਪਟ ਕਰਦੇ ਸੀ ਉਹਨਾਂ ਤੇ ਕੁਝ ਕੰਡੀਸ਼ਨਸ ਲਾਈਆਂ ਜਾਂਦੀਆਂ ਸੀ ਵੀ ਅੰਗਰੇਜ਼ੀ ਸੈਨਾ ਰੱਖਣਗੇ, ਬਾਹਰਲੇ ਕਿਸੇ ਉਹਦੇ ਨਾਲ ਆਪਣਾ ਬਾਹਰਲੇ ਮੁਲਕ ਨਾਲ ਜਾਂ ਬਾਹਰਲੇ ਰਾਜਾਂ ਨਾਲ ਕੋਈ ਸੰਬੰਧ ਨਹੀਂ ਰੱਖਣਗੇ, ਜਾਂ ਅੰਗਰੇਜ਼ਾਂ ਤੋਂ ਮੁਨਾ ਪੁੱਛੇ ਕੋਈ ਕਾਰਜ ਨਹੀਂ ਕਰਾਂਗੇ। ਸੋ ਇਸ ਤਰ੍ਹਾਂ ਦੀ ਇਹ ਸਹਾਇਕ ਸੰਧੀ ਲਾਰਡ ਵੈਲਜ਼ਲੀ ਨੇ ਚਲਾਈ ਸੀ। ਨੈਕਸਟ ਕੁਐਸਚਨ ਆ ਗਿਆ 1761 ਈਸਵੀ ਦੇ ਵਿੱਚ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਿਸਨੇ ਕੀਤੀ। 1761 ਈਸਵੀ ਵਿੱਚ ਮੈਸੂਰ ਨੂੰ ਇੱਕ ਸੁਤੰਤਰ ਰਾਜ ਬਣਾਇਆ ਗਿਆ। ਉਹ ਕਿਸਨੇ ਕੀਤੀ ਸੀ ਬੇਟਾ ਜੀ। ਚਾਰੇ ਆਪਸ਼ਨਾਂ ਵਿੱਚੋਂ ਰਾਈਟ ਆਨਸਰ ਸਾਡੇ ਕੋਲ ਆ ਗਿਆ ਹੈਦਰ ਅਲੀ। ਹੈਦਰ ਅਲੀ ਉਹੀ ਜਿਹਨੇ ਆਪਾਂ ਟੀਪੂ ਸੁਲਤਾਨ ਦਾ ਪਿਤਾ ਹੈਦਰ ਅਲੀ, ਇਸ ਨੇ 1761 ਈਸਵੀ ਦੇ ਵਿੱਚ ਮੈਸੂਰ ਰਾਜ ਦੀ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕੀਤੀ ਸੀ। ਫਿਰ ਆ ਗਿਆ ਮੈਸੂਰ ਦਾ ਦੂਜਾ ਯੁੱਧ ਕਦੋਂ ਹੋਇਆ। ਇਹਦਾ ਮਤਲਬ ਮੈਸੂਰ ਦਾ ਪਹਿਲਾ ਯੁੱਧ ਵੀ ਆਊ ਬੇਟਾ। ਪਹਿਲਾ ਯੁੱਧ ਅੰਗਰੇਜ਼ਾਂ ਅਤੇ ਹੈਦਰ ਅਲੀ ਦੇ ਵਿਚਕਾਰ ਹੋਇਆ ਸੀ 1767 ਤੋਂ ਲੈ ਕੇ 1769 ਤੱਕ ਇਹ ਯੁੱਧ ਚੱਲਿਆ ਸੀ, ਜਿਹਨੂੰ ਮੈਸੂਰ ਦੀ ਪਹਿਲੀ ਲੜਾਈ ਕਿਹਾ ਜਾਂਦਾ। ਇਹਦੇ ਵਿੱਚ ਹੈਦਰ ਅਲੀ ਦੀ ਜਿੱਤ ਹੋਈ ਸੀ, ਪਰ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਆਪਦੀ ਫੌਜ ਦੁਬਾਰਾ ਇਕੱਠੀ ਕੀਤੀ ਤੇ ਦੁਬਾਰਾ ਉਹਨਾਂ ਨੇ ਮੈਸੂਰ ਦੇ ਉੱਤੇ ਅਟੈਕ ਕੀਤਾ, ਜਿਹੜਾ ਕਿ ਸਾਡਾ ਮੈਸੂਰ ਦਾ ਦੂਸਰਾ ਯੁੱਧ ਕਿਹਾ ਜਾਂਦਾ ਹੈ। ਇਹ ਬੇਟਾ ਜੀ ਹੋਇਆ ਸੀ 1780 ਈਸਵੀ ਦੇ ਵਿੱਚ। ਮੈਸੂਰ ਦਾ ਦੂਸਰਾ ਯੁੱਧ ਹੋਇਆ ਸੀ 1780 ਈਸਵੀ ਦੇ ਵਿੱਚ। ਬਾਅਦ ਦੇ ਵਿੱਚ ਇਸ ਦੇ ਵਿੱਚ ਹੈਦਰ ਅਲੀ ਦੀ ਮੌਤ ਹੋ ਗਈ ਸੀ। ਸੋ ਨੈਕਸਟ ਕੁਐਸਚਨ ਸਾਡੇ ਕੋਲ ਉਹੀ ਆ ਗਿਆ, ਹੈਦਰ ਅਲੀ ਦੀ ਮੌਤ ਕਿਸ ਸਾਲ ਹੋਈ। 1780 ਦੇ ਵਿੱਚ ਦੂਸਰਾ ਯੁੱਧ ਸ਼ੁਰੂ ਹੋਇਆ ਸੀ ਮੈਸੂਰ ਦਾ। ਹੈਦਰ ਅਲੀ ਲਗਭਗ 2 ਸਾਲ ਲੜਦਾ ਰਿਹਾ ਤੇ 1782 ਈਸਵੀ ਦੇ ਵਿੱਚ ਜਾ ਕੇ ਹੈਦਰ ਅਲੀ ਦੀ ਮੌਤ ਹੋ ਗਈ ਸੀ। ਸੋ ਹੈਦਰ ਅਲੀ ਦੀ ਮੌਤ ਹੋਈ 1782 ਈਸਵੀ ਦੇ ਵਿੱਚ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਉਦੋਂ ਮਗਰੋਂ ਹੈਦਰ ਅਲੀ ਤੋਂ ਮਗਰੋਂ ਉਹਦਾ ਮੁੰਡਾ ਟੀਪੂ ਸੁਲਤਾਨ ਰਾਜਾ ਬਣਿਆ ਮੈਸੂਰ ਦਾ। ਸੋ ਮੈਸੂਰ ਦੇ ਉੱਤੇ ਫਿਰ ਅੰਗਰੇਜ਼ਾਂ ਨਾਲ ਯੁੱਧ ਹੋਇਆ ਤਾਂ ਉਹ ਯੁੱਧ ਦੇ ਵਿੱਚ ਟੀਪੂ ਸੁਲਤਾਨ ਦੀ ਮੌਤ ਕਿਹੜੇ ਸਾਲ ਦੇ ਵਿੱਚ ਹੋਈ। ਉਹ ਬੇਟਾ ਜੀ ਹੋਈ ਸੀ ਟੀਪੂ ਸੁਲਤਾਨ ਦੇ ਜਿਹੜਾ ਮੈਸੂਰ ਦੇ ਉੱਤੇ ਅੰਗਰੇਜ਼ਾਂ ਨੇ ਹਮਲਾ ਕੀਤਾ ਉਸ ਦੌਰਾਨ ਟੀਪੂ ਸੁਲਤਾਨ ਲੜਦਾ ਹੋਇਆ 1799 ਈਸਵੀ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ। ਸ਼ਹੀਦੀ ਪ੍ਰਾਪਤ ਕੀਤੀ ਉਹਨੇ ਆਪਣੇ। ਉਸ ਹਿਸਾਬ ਨਾਲ ਉਸ ਯੁੱਧ ਦੇ ਵਿੱਚ ਟੀਪੂ ਸੁਲਤਾਨ ਮਾਰਿਆ ਗਿਆ। ਸੋ ਕੁਐਸਚਨ ਨੰਬਰ 28 ਲਾਰਡ ਵੈਲਜ਼ਲੀ ਨੇ ਕਿਸ ਨਾਲ ਬਾਸੀਨ ਦੀ ਸੰਧੀ ਕੀਤੀ। ਆਪਾਂ ਜਾਣਦੇ ਹਾਂ ਵੀ ਲਾਰਡ ਵੈਲਜ਼ਲੀ ਨੇ ਕਿਹੜੀ ਸੰਧੀ ਕੀਤੀ ਸੀ, ਸਹਾਇਕ ਸੰਧੀ। ਲਾਰਡ ਵੈਲਜ਼ਲੀ ਨੇ ਕਿਹੜੀ ਨੀਤੀ ਸ਼ੁਰੂ ਕੀਤੀ ਸੀ, ਸਹਾਇਕ ਸੰਧੀ ਦੀ ਨੀਤੀ ਸ਼ੁਰੂ ਕੀਤੀ ਸੀ। ਉਹ ਬਾਸੀਨ ਦੀ ਸੰਧੀ ਉਸਨੇ ਕਿਸ ਨਾਲ ਕੀਤੀ ਸੀ, ਟੀਪੂ ਸੁਲਤਾਨ ਨਾਲ ਕੀਤੀ, ਹੈਦਰ ਅਲੀ ਨਾਲ ਕੀਤੀ, ਪੇਸ਼ਵਾ ਬਾਜੀ ਰਾਓ ਨਾਲ ਕੀਤੀ ਜਾਂ ਮਹਾਰਾਣਾ ਪ੍ਰਤਾਪ ਨਾਲ ਕੀਤੀ। ਬੇਟਾ ਇਹ ਮਰਾਠਿਆਂ ਵਾਲੇ ਅੰਗਰੇਜ਼ਾਂ ਅਤੇ ਮਰਾਠਿਆਂ ਦੇ ਯੁੱਧ ਦੇ ਵਿੱਚ ਆ ਜਾਂਦਾ ਹੈ। ਸੋ ਇਹ 1802 ਈਸਵੀ ਯਾਦ ਰੱਖਣਾ ਤੁਸੀਂ। 1802 ਈਸਵੀ ਦੇ ਵਿੱਚ ਬਾਸੀਨ ਦੀ ਸੰਧੀ ਹੋਈ ਸੀ ਲਾਰਡ ਵੈਲਜ਼ਲੀ ਅਤੇ ਪੇਸ਼ਵਾ ਬਾਜੀ ਰਾਓ। ਪੇਸ਼ਵਾ ਬਾਜੀ ਰਾਓ ਦੇ ਵਿਚਕਾਰ ਲਾਰਡ ਵੈਲਜ਼ਲੀ ਨੇ ਇਹ ਸਹਾਇਕ ਸੰਧੀ ਕੀਤੀ ਸੀ। ਬਾਸੀਨ ਦੀ ਸੰਧੀ ਇਹਨੂੰ ਬੋਲਿਆ ਜਾਂਦਾ ਹੈ। 1802 ਈਸਵੀ ਦੇ ਵਿੱਚ ਇਹ ਹੋਈ ਸੀ। ਨੈਕਸਟ ਸਾਡੇ ਕੋਲ ਕੁਐਸਚਨ ਆ ਗਿਆ, ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਕਿਸ ਨੇ ਸਿੱਖਾਂ ਨੂੰ ਹਰਾਇਆ। ਆਪਾਂ ਅੰਗਰੇਜ਼ਾਂ ਦਾ ਮੁਖੀ ਕੌਣ ਸੀ, ਅੰਗਰੇਜ਼ ਅਫਸਰਾਂ ਦਾ, ਅੰਗਰੇਜ਼ ਸੈਨਾ ਦਾ ਮੁਖੀ ਪ੍ਰਤੀਨਿਧੀ ਕੌਣ ਸੀ। ਉਹ ਸੀ ਬੇਟਾ ਜੀ ਪਹਿਲਾ ਸਿੱਖ ਐਂਗਲੋ ਯੁੱਧ 1845 ਤੋਂ ਲੈ ਕੇ 1846 ਵਾਲਾ ਸਮਾਂ ਜਿਹੜਾ ਆਪਾਂ ਕਹਿੰਦੇ ਉਸ ਦੌਰਾਨ ਲਾਰਡ ਹਾਰਡਿੰਗ। ਲਾਰਡ ਹਾਰਡਿੰਗ ਇਸ ਯੁੱਧ ਦੇ ਵਿੱਚ ਅੰਗਰੇਜ਼ਾਂ ਦੀ ਪ੍ਰਤੀਨਿਧਤਾ ਕਰ ਰਿਹਾ ਸੀ। ਫਿਰ ਆ ਗਿਆ ਦੂਸਰਾ ਐਂਗਲੋ ਸਿੱਖ ਯੂਨਿਟ
दूसरा एंगलो सिख युद्ध किस अंग्रेज अफसर की प्रतिनिधिता दे विच लड़िया गया? क्योंकि 1845-46 दे विच दूसरे युद्ध के समय बेटा भारत दे विच जिहड़ा अंग्रेज अफसर आ गया सी वो सी लॉर्ड डलहौजी। सो दूसरा एंगलो सिख युद्ध किहड़े अंग्रेज अफसर की प्रतिनिधिता हेठ लड़िया गया? वो सी लॉर्ड डलहौजी। यही वो व्यक्ति सी जिसने अपने पंजाब नूं है जिहड़ा अंग्रेजी साम्राज दे विच शामिल किया। नैक्सट क्वेश्चन साडे कोल आ गया, पंजाब नूं अंग्रेजी साम्राज विच कदों शामिल किया गया? ये लॉर्ड डलहौजी उस समय पंजाब का गवर्नर जनरल बनाया गया सी। सो इन्हें 29 मार्च 1849 29 मार्च 1849 नूं पंजाब नूं अंग्रेजी साम्राज दे विच शामिल किया। काफ़ी इंपॉर्टेंट क्वेश्चन है, आप शायद पहला भी कर चुके हैं। ये काफ़ी इंपॉर्टेंट क्वेश्चन है पंजाब वाला। 29 मार्च 1849 नूं अंग्रेजी साम्राज दे विच पंजाब नूं शामिल कर लिया गया। किहने कीता सी? लॉर्ड डलहौजी ने कीता सी। नैक्सट क्वेश्चन, पंजाब नूं अंग्रेजी साम्राज किसने शामिल किया? आपां हुणी करके आए हैं, लॉर्ड डलहौजी। वो लॉर्ड डलहौजी सी जिसने पंजाब नूं अंग्रेजी साम्राज दे विच शामिल किया सी। लैप्स की नीति किस अफसर द्वारा शुरू की गई? लैप्स की नीति सी बेटा लॉर्ड डलहौजी ने की सी। ये उही नीति जिहदे विच किसी भी राजे महाराजे का जिहदा कोई अपना सका पुत्र धी नहीं हुंदा सी तां उहदी मौत तो मगरों उहदे अडॉप्टेड जिहड़े बच्चे सी उन्हां नूं राजपाठ नहीं दिंदे सी, अंग्रेज उहदा राजपाठ अपने उहदे विच साम्राज दे विच शामिल कर लैंदे सी। सो ये सी लैप्स की नीति। यह नीति लॉर्ड डलहौजी द्वारा अपनाई गई सी ते इन्हें काफ़ी अंग्रेजी साम्राज का विस्तार किया सी इस नीति को वरतते हुए। वेलजली ने चलाई सी सहायक नीति। ठीक है, फिर आ गया क्वेश्चन नंबर 34, लॉर्ड डलहौजी ने सिक्किम नूं कदों अंग्रेजी साम्राज में शामिल किया? याद रखना है पंजाब तो अगले साल पंजाब आया सी 1849 दे विच, सिक्किम नूं उन्होंने आपदे राज दे विच शामिल कर लिया 1850 ईस्वी दे विच। सो इनू तुसीं इस तरह याद सकते हो भी नेक्स्ट टू पंजाब, तो ये राइट आंसर आ गया 1850 ईस्वी। क्लीयर। नैक्सट आ गया, लॉर्ड डलहौजी ने अवध नूं कदों अंग्रेजी साम्राज विच शामिल किया? आप पहले ही करके आए भी लॉर्ड डलहौजी ने काफ़ी जिहड़े भारतीय राज घराने सी उन्हां दी सल्तनत नूं अंग्रेजी साम्राज दे विच शामिल किया अपनी नीतियां राहीं। इहदे विचों एक अवध सी जिस ते उन्होंने जिसके राजे के उत्ते उन्होंने भैड़े प्रशासन प्रबंध का इल्जाम ला के भैड़े शासन का प्रबंध दोष लाया भी इनू आपदा राजपाट चलाउण नहीं आउंदा सही ढंग नाल, उत्थों दे लोग खुश नहीं हैगे, ये दोष ला के उसने लॉर्ड डलहौजी ने उसनूं अपने साम्राज विच अंग्रेजी साम्राज विच शामिल कर लिया। ये साल सी बेटा जी 1856। काफ़ी इंपॉर्टेंट क्वेश्चन है। अवध नूं कदों शामिल किया गया? अवध नूं अंग्रेजी साम्राज विच कदों शामिल किया गया? 1856 ईस्वी दे विच। क्लीयर। अद्दू मगरों एक क्वेश्चन आ गया जिहड़ा मोस्ट कन्फ्यूजिंग क्वेश्चन है बच्चों वास्ते, गेटवे ऑफ इंडिया भारत के किस शहर में है? देखो दो तरह दी चीज़ां ने, एक तो है इंडिया गेट, एक है गेटवे ऑफ इंडिया। जे तो गेटवे ऑफ इंडिया आ गया भारत नूं आउण दा रस्ता, वो तो है बेटा जी मुंबई विखे। कित्थे है? मुंबई विखे। कित्थे है? मुंबई विखे। समुद्र के अरब सागर के कंढे के उत्ते मुंबई बसिया होया, उत्थे है गेटवे ऑफ इंडिया। जे इंडिया गेट आया हुंदा फिर असीं लिखांगे दिल्ली विखे। क्लीयर। नैक्सट क्वेश्चन साडे कोल आ गया, पैरिस की संधि राही यूरोप विच 7 साला युद्ध का अंत किस साल होया? आपां गल कीता सी बेटा अंग्रेज़ां ते फ्रांसीसियां विचकार युद्ध हुंदे रहिंदे सी, वो 3 युद्ध होए सी जिन्हों आपां करनाटक के युद्ध बोलते सी। उहदे विचों एक युद्ध जिहड़ा होया सी पैरिस की संधि राही समाप्त किया गया सी, वो किहड़े साल होया सी? पैरिस की संधि किहड़े साल हुई सी? आपां ये दसना है भी वो जिहड़ा 7 साला युद्ध चलदा आ रहा सी फ्रांस ते अंग्रेज़ां दे विचकार, वो किहड़े साल ये अंग्रेज़ां ते उहदे विच संधि हुई ते बंद होया? संधि हुई सी बेटा जी वो 1763 ईस्वी दे विच ये संधि हुई सी, जिस नाल ये तीसरा युद्ध बंद होया, 7 साला युद्ध बंद होया ते उन्हां दे आपसी युद्ध शांत होए। इहनूं बोलदे ने पैरिस की संधि। 1763 ईस्वी दे विच बेटा जी ये हुई सी। नैक्सट क्वेश्चन देखो तुसीं, क्वेश्चन नंबर 38, फ्रांसीसियां दी मुख्य बस्ती किस स्थान ते सी? देखो भारत विच डच आए सी, अंग्रेज आए सी, फ्रांसीसी आए सी, पुर्तगाली आए सी। इहदे विचों साडे कोले आ गया फ्रांसीसियां दी जिहड़ी मुख्य बस्ती सी वो कित्थे सी? इहदे विचों वो सी पौंडेचेरी। कित्थे सी? पौंडेचेरी। इहदा राइट आंसर आ गया पौंडेचेरी विच उन्हां दी मुख्य संस्था सी। सो नैक्सट आ गया, वास्को डी गामा भारत की किस बंदरगाह ते पहुंचिया? वास्को डी गामा बारे आपां कल पढ़ चुके हैं भी ये 1498 ईस्वी नूं 27 मई 1498 नूं समुद्र के रस्ते पहला पुर्तगाली सी एक पहला पुर्तगाली सी जिहड़ा भारत विच पहुंचिया, वो पहुंचिया सी कालीकट विखे। कित्थे पहुंचिया सी जी? कालीकट विखे ये पहुंचिया सी। सो नैक्सट क्वेश्चन साडे कोले आ गया, सिकंदर ने अपने कोले पोरस ते सिकंदर दीयां कहानियां आउंदियां हुंदियां ने, उहदे विचों ये काफ़ी इंपॉर्टेंट क्वेश्चन है एक भी सिकंदर ने भारत उत्ते हमला कदों किया?
बेटा ये BC ਜਿਹੜਾ ਆਪਾਂ ਕੱਲ ਵੀ ਗੱਲ ਕਰ ਚੁੱਕੇ ਹਾਂ। BC ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਅੱਜ ਤੋਂ ਜਿਵੇਂ 2021 ਚੱਲ ਰਿਹਾ ਤੋਂ ਪਿੱਛੇ ਨੂੰ ਜਾ ਰਹੇ ਹਾਂ, ਮਾਈਨਸ ਕਰਦੇ ਜਾਈਏ ਤਾਂ ਉੱਥੇ ਅਸੀਂ BC 'ਚ ਪਹੁੰਚ ਜਾਂਦੇ ਹਾਂ, 0 ਤੋਂ ਨੀਚੇ ਵਾਲਾ, ਇਹ BC ਆ ਗਿਆ। ਸੋ ਸਿਕੰਦਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ? ਇਹਦਾ ਰਾਈਟ ਆਨਸਰ ਹੈ ਬੇਟਾ ਜੀ 326 ਈਸਾ ਪੂਰਵ। ਆ ਕੀ ਹੈ? ਈਸਾ ਪੂਰਵ। ਸੋ ਇਸ ਤਰ੍ਹਾਂ ਇਹ ਆਪਣੇ ਸ਼ੀਟ 1 ਦੇ 40 ਕੁਐਸਚਨਸ ਕੰਪਲੀਟ ਹੋ ਗਏ। 20 ਆਪਾਂ ਪਹਿਲੇ ਪਾਰਟ 'ਚ ਕਰ ਚੁੱਕੇ ਹਾਂ, 20 ਆਪਾਂ ਕਰ ਲਏ। ਸੋ ਇਹਦੇ ਨਾਲ ਤੁਹਾਨੂੰ ਕੁਝ ਹੋਰ ਕੁਐਸਚਨਸ ਜਾਂ ਇਹਨਾਂ ਕੁਐਸਚਨ ਨੂੰ ਐਕਸਪਲੇਨ ਕਰਕੇ ਮੈਂ ਨਾਲ ਤੁਹਾਨੂੰ ਦੱਸਿਆ ਹੈ, ਉਹਨੂੰ ਕਿਰਪਾ ਕਰਕੇ ਆਪਣੀ ਕਾਪੀ ਦੇ ਉੱਤੇ ਨਾਲ ਨੋਟ ਕਰੀ ਚੱਲਿਓ, ਰਿਵਾਈਜ਼ ਕਰੋ ਤੇ ਥੋੜ੍ਹੇ ਜਿਹੇ ਕੁਝ ਜਿਹੜੇ ਆਪਾਂ ਨੂੰ ਈਅਰਸ ਯਾਦ ਕਰਨੇ ਪੈਣਗੇ ਉਹਨਾਂ ਦਾ ਇੱਕ ਫਲੋ ਚਾਰਟ ਬਣਾ ਲਓ ਡੇਟ ਵਾਈਜ਼, ਵੀ ਪਹਿਲਾਂ 1850, ਫਿਰ 1849 ਆ ਗਿਆ, ਫਿਰ 50 ਆ ਗਿਆ, ਫਿਰ 56 ਆ ਗਿਆ, ਜਾਂ 1763 ਕਿੱਥੇ ਫਾਲ ਕਰਦਾ, ਉਵੇਂ ਵੀ ਉਹਦੀ ਇੰਪੋਰਟੈਂਸ ਤੁਹਾਨੂੰ ਪਤਾ ਲੱਗ ਜੂ ਵੀ ਉਹ ਸਾਲ 'ਚ ਕੀ ਹੋਇਆ ਸੀ। ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਦੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਇਸੇ ਤਰ੍ਹਾਂ ਆਪਾਂ NMMS ਦੀ ਤਿਆਰੀ ਕਰਦੇ ਰਹਾਂਗੇ ਤੇ ਆਪਣਾ ਧਿਆਨ ਰੱਖਣਾ। ਪਲੀਜ਼ ਟੇਕ ਕੇਅਰ ਆਫ ਯੋਰਸੈਲਫਸ। ਥੈਂਕ ਯੂ ਵੈਰੀ ਮਚ। ਥੈਂਕ ਯੂ।